ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਲਕਮ ਟੂ ਦੀ ਪੇਜ ਆਫ ਆਪਟੀਮਿਸਟਿਕ ਫੋਰਸ। ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਸਾਰਿਆਂ ਨਾਲ ਇਹ ਸਾਂਝੀ ਕਰਾਂਗਾ ਹੁਣ ਇਨਫੋਰਮੇਸ਼ਨ ਵੀ ਮੈਂ ਇੰਗਲਿਸ਼ ਰਾਈਟਿੰਗ ਨੂੰ ਕਿਵੇਂ ਇੰਪਰੂਵ ਕੀਤਾ ਆਪਣੇ ਅਤੇ ਇਹਦੀ ਸ਼ੁਰੂਆਤ ਕਿੱਦਾਂ ਕੀਤੀ ਮੈਂ। ਤਾਂ ਮੈਂ ਤੁਹਾਨੂੰ ਦੱਸਦਾ ਇਟ ਵਾਸ ਬੈਕ ਇਨ 2010 ਜਦੋਂ ਮੈਂ ਇਹਦੀ ਸ਼ੁਰੂਆਤ ਕੀਤੀ। ਮੈਂ ਐਕਚੁਅਲੀ ਆਪਣੇ ਫਾਦਰ ਨੂੰ ਦੇਖਦਾ ਸੀ ਵੀ ਸ਼ੁਰੂ ਤੋਂ ਉਹ ਨਿਊਜ਼ਪੇਪਰ ਬਹੁਤ ਪੜ੍ਹਦੇ ਹੁੰਦੇ ਸੀਗੇ ਅਤੇ ਉਹਨਾਂ ਨੇ ਸ਼ੁਰੂ ਤੋਂ ਨਾ ਦੈਨਿਕ ਜਾਗਰਣ ਹਿੰਦੀ ਦਾ ਨਿਊਜ਼ਪੇਪਰ ਬਹੁਤ ਪੜ੍ਹਿਆ, ਜਗਬਾਣੀ ਵੀ ਪੜ੍ਹਿਆ। ਤਾਂ ਛੋਟਿਆਂ ਤੋਂ ਹੀ ਮੈਂ ਉਹਨਾਂ ਨੂੰ ਦੇਖਿਆ ਵੀ ਇੰਗਲਿਸ਼ ਨਿਊਜ਼ਪੇਪਰ ਮਤਲਬ ਹਿੰਦੀ ਦਾ ਨਿਊਜ਼ਪੇਪਰ ਬਹੁਤ ਪੜ੍ਹਦੇ ਸੀਗੇ। ਫਿਰ ਹੌਲੀ ਹੌਲੀ ਨਾ ਉਹਨਾਂ ਨੇ ਇੰਗਲਿਸ਼ ਦਾ ਨਿਊਜ਼ਪੇਪਰ ਵੀ ਪੜ੍ਹਨਾ ਵਿੱਚ ਕਈ ਵਾਰੀ। ਤਾਂ ਮੈਂ ਦੇਖਿਆ ਵੀ ਉਹ ਇੰਗਲਿਸ਼ ਬਹੁਤ ਪੜ੍ਹਦੇ ਨੇ ਅਤੇ ਉਹਨਾਂ ਨੂੰ ਨਾ ਆਪਣੀ ਜਿਹੜੀ ਵੋਕੈਬੂਲਰੀ ਹੈ ਉਹ ਬੜੀ ਉਹਨਾਂ ਦੀ ਤੇਜ਼ ਹੈ। ਉਹਨਾਂ ਨੂੰ ਵੱਖਰੇ ਵੱਖਰੇ ਸ਼ਬਦ ਯੂਜ਼ ਕਰਨੇ ਆਉਂਦੇ ਨੇ, ਉਹਨਾਂ ਨੂੰ ਵੱਖਰਾ ਵੱਖਰਾ ਤਰੀਕੇ ਦੇ ਨਾਲ ਲਿਖਣਾ ਆਉਂਦਾ ਹੈਗਾ। ਤਾਂ ਮੈਂ ਕਿਹਾ ਮੈਂ ਕਿਉਂ ਨਾ ਆਪ ਪੜ੍ਹਨਾ ਸ਼ੁਰੂ ਕਰਾਂ, ਕਿਉਂਕਿ ਮੈਨੂੰ ਉਦੋਂ ਇੰਗਲਿਸ਼ ਆਉਂਦੀ ਨਹੀਂ ਸੀਗੀ ਟੂ ਬੀ ਵੈਰੀ ਓਨੈਸਟ। ਅਤੇ ਮੈਂ ਕਿਹਾ ਚਲੋ ਸ਼ੁਰੂ ਕਰਦੇ ਹਾਂ। ਤਾਂ ਮੈਂ ਨਾ ਇੰਗਲਿਸ਼ ਅਖਬਾਰ ਲਗਵਾ ਲਈ ਘਰ ਉਹੀ ਬਸ ਵੀ ਮੈਂ ਕਿਹਾ ਮੈਂ ਪੜ੍ਹੂੰਗਾ। ਅਤੇ ਮੈਂ ਉਦੋਂ ਪੜ੍ਹਨਾ ਸ਼ੁਰੂ ਕੀਤਾ ਅਤੇ ਜਦੋਂ ਮੈਂ ਪੜ੍ਹਨਾ ਸ਼ੁਰੂ ਕੀਤਾ ਨਾ ਉਹ ਅਖਬਾਰ ਮੈਨੂੰ ਯਾਦ ਹੈ, ਮੈਂ ਹਿੰਦੁਸਤਾਨ ਟਾਈਮਸ ਨਿਊਜ਼ਪੇਪਰ ਪੜ੍ਹਦਾ ਆ ਰਿਹਾ ਜੀ ਪਿਛਲੇ 13-14 ਸਾਲਾਂ ਤੋਂ। ਅਤੇ ਉਹ ਨਿਊਜ਼ਪੇਪਰ ਉਸ ਟਾਈਮ 'ਤੇ ਵੀ ਅਤੇ ਅੱਜ ਵੀ ਘੱਟੋ ਘੱਟ 17-18 ਪੇਜਾਂ ਦਾ ਆਉਂਦਾ ਹੁੰਦਾ। ਹੁਣ ਸ਼ਾਇਦ ਥੋੜ੍ਹਾ ਘੱਟ ਗਿਆ ਆ, ਉਦੋਂ 17-18 ਪੇਜਾਂ ਦਾ ਆਉਂਦਾ ਹੁੰਦਾ ਸੀਗਾ। ਅਤੇ ਮੈਂ ਜਦੋਂ ਉਹਨੂੰ ਪੜ੍ਹਨਾ ਸ਼ੁਰੂ ਕੀਤਾ ਅਤੇ ਤੁਸੀਂ ਮੰਨੋਗੇ ਵੀ ਮੈਂ ਪਹਿਲਾਂ ਆਰਟੀਕਲ ਜਿਹੜਾ ਹੈਡਲਾਈਨ ਹੁੰਦੀ ਨਾ ਮੇਨ, ਉਹਦੀ ਹੈਡਲਾਈਨ ਦੇ ਵਿੱਚ ਹੀ ਮੈਨੂੰ ਐਸੇ 2-3 ਸ਼ਬਦ ਸੀ ਜਿਨ੍ਹਾਂ ਦਾ ਮਤਲਬ ਨਹੀਂ ਸੀ ਪਤਾ। ਚਲੋ ਉਸ ਤੋਂ ਬਾਅਦ ਮੈਂ ਉਹਦਾ ਥੱਲੇ ਆਰਟੀਕਲ ਪੜ੍ਹਨਾ ਸ਼ੁਰੂ ਕਰ ਦਿੱਤਾ ਹਿੰਦੁਸਤਾਨ ਟਾਈਮਸ ਦਾ, ਜੋ ਕਿ ਨੈਸ਼ਨਲ ਨਿਊਜ਼ ਬ੍ਰੇਕਿੰਗ ਨਿਊਜ਼ ਉਸ ਟਾਈਮ 'ਤੇ ਸੀਗੀ। ਅਤੇ ਮੈਂ ਇੱਕ ਚੀਜ਼ ਨੂੰ ਰੀਅਲਾਈਜ਼ ਕੀਤਾ ਵੀ ਮੈਂ ਨਾ ਛੋਟਾ ਜਿਹਾ ਪੈਰਾਗ੍ਰਾਫ ਤੁਸੀਂ ਅਗਰ ਦੇਖੋਗੇ ਮੰਨ ਲਓ 10-12 ਲਾਈਨਾਂ ਦਾ ਹੀ ਹੋਵੇ, ਤਾਂ ਉਹਨੂੰ ਪੜ੍ਹਦੇ ਹੀ ਮੈਨੂੰ ਇੰਨੀ ਤਕਲੀਫ ਹੋਈ, ਮੈਂ ਇੰਨਾ ਔਖਾ ਹੋਇਆ ਉਹਨੂੰ ਪੜ੍ਹਨ ਲੱਗਿਆ ਵੀ ਕੱਲੀ ਲਾਈਨ ਦੇ ਵਿੱਚੋਂ ਕੋਈ ਨਾ ਕੋਈ 1-2 ਸ਼ਬਦ 3 ਸ਼ਬਦ ਐਸੇ ਹੋਣ ਜਿਨ੍ਹਾਂ ਦਾ ਮੈਨੂੰ ਕਦੀ ਮਤਲਬ ਹੀ ਨਹੀਂ ਸੀ ਪਤਾ। ਤੁਸੀਂ ਹੈਰਾਨ ਹੋਵੋਗੇ ਪਰ ਸੱਚ ਜਾਣਿਓ ਮੈਨੂੰ ਨਹੀਂ ਸੀ ਪਤਾ। ਤਾਂ ਮੈਂ ਇੰਨਾ ਇੰਗਲਿਸ਼ 'ਚ ਵੀਕ ਹੁੰਦਾ ਸੀਗਾ। ਆਈ ਯੂਜ਼ਡ ਟੂ ਬੀ ਰੀਅਲੀ ਪੂਅਰ ਇਨ ਇੰਗਲਿਸ਼ ਲੈਂਗੁਏਜ। ਤਾਂ ਮੈਂ ਕਿਉਂਕਿ ਕਦੀ ਸਕੂਲ 'ਚ ਪੜ੍ਹੀ ਨਹੀਂ, ਸਮਝੀ ਨਹੀਂ ਚੱਜ ਨਾਲ। ਉੱਦਾਂ ਮੈਂ ਪੜ੍ਹਿਆ ਬਹੁਤ ਵਧੀਆ ਸਕੂਲ 'ਚੋਂ ਆ, ਗੁਰੂ ਨਾਨਕ ਪਬਲਿਕ ਸਕੂਲ 'ਚੋਂ ਮੈਂ ਪੜ੍ਹਿਆ। ਵਾਸ ਵਨ ਆਫ ਦਾ ਫਾਈਨੈਸਟ ਸਕੂਲਸ in those days. Even today it comes in the top 5 schools of Ludhiana. ਤਾਂ ਉਸ ਟਾਈਮ 'ਤੇ ਪਹਿਲੇ ਨੰਬਰ ਦਾ ਸਕੂਲ ਸੀਗਾ ਗੁਰੂ ਨਾਨਕ ਪਬਲਿਕ ਸਕੂਲ। ਉਹਦੇ ਬਾਵਜੂਦ ਵੀ ਮੈਂ ਕਦੀ ਸਕੂਲ 'ਚ ਇੰਗਲਿਸ਼ ਕਦੇ ਸਿੱਖੀ ਨਹੀਂ, ਕਦੀ ਮੇਰਾ ਰੁਝਾਨ ਹੀ ਨਹੀਂ ਰਿਹਾ ਹੈ ਨਾ। ਨਕਲਾਂ ਮਾਰ ਕੇ ਤਾਂ ਅਸੀਂ ਪਾਸ ਹੋਏ ਹਾਂ। ਚਲੋ ਖੈਰ ਉਹ ਵੱਖਰੀ ਗੱਲ ਹੈ। ਮੈਂ ਤੁਹਾਨੂੰ ਦੱਸਾਂ ਵੀ ਇੰਗਲਿਸ਼ ਰਾਈਟਿੰਗ ਨੂੰ ਕਿੱਦਾਂ ਇੰਪਰੂਵ ਕੀਤਾ ਮੈਂ ਆਪਣੀ। ਤਾਂ ਮੈਂ ਨਿਊਜ਼ਪੇਪਰ ਪੜ੍ਹਿਆ ਕਰਨਾ। ਤਾਂ ਮੈਨੂੰ ਯਾਦ ਹੈ ਮੈਂ ਪਹਿਲੇ ਕੁਛ ਦਿਨ ਤਾਂ ਨਿਊਜ਼ਪੇਪਰ ਸਾਰਾ ਦਿਨ 8-8 9-9 ਘੰਟੇ ਲੈ ਕੇ ਬੈਠਾ ਰਹਿੰਦਾ ਸੀ ਅਤੇ ਮੈਨੂੰ ਆਉਂਦਾ ਹੀ ਨਹੀਂ ਸੀ ਵੀ ਉਹਦਾ ਕੀ ਮਤਲਬ ਹੈ। ਕੋਈ ਚੀਜ਼ ਸਮਝ ਨਹੀਂ ਹੋਵੇ ਤਾਂ ਮੈਨੂੰ ਬਹੁਤ ਟਾਈਮ ਲੱਗਦਾ ਸੀ। ਉਸ ਟਾਈਮ 'ਤੇ ਦੇਖੋ ਨਾ ਸਾਡੇ ਕੋਲ ਇੰਨਾ ਜ਼ਿਆਦਾ ਅਵੇਲੇਬਿਲਿਟੀ ਹੁੰਦੀ ਸੀ ਇੰਟਰਨੈਟ ਦੀ, ਅਤੇ ਅਸੀਂ ਗੂਗਲ 'ਤੇ ਸਰਚ ਨਹੀਂ ਸੀ ਕਰ ਸਕਦੇ। ਤੁਸੀਂ ਇਸ ਚੀਜ਼ ਨੂੰ ਸਮਝੋ। ਅਤੇ ਜਦੋਂ ਅਸੀਂ ਗੂਗਲ 'ਤੇ ਨਹੀਂ ਸੀ ਸਰਚ ਕਰ ਸਕਦੇ ਹੁੰਦੇ ਤਾਂ ਉਦੋਂ ਕੀ ਹੁੰਦਾ ਸੀ, ਸਾਡੇ ਕੋਲ ਡਿਕਸ਼ਨਰੀਜ਼ ਹੁੰਦੀਆਂ ਸੀਗੀਆਂ। ਤਾਂ ਮੇਰੇ ਕੋਲ ਡਿਕਸ਼ਨਰੀ ਹੁੰਦੀ ਸੀਗੀ ਤਾਂ ਮੈਂ ਡਿਕਸ਼ਨਰੀ 'ਚੋਂ ਨਾ ਜੋ ਮੈਨੂੰ ਵਰਡਸ ਦਾ ਮਤਲਬ ਨਹੀਂ ਪਤਾ ਚੱਲਣਾ ਤਾਂ ਮੈਂ ਉਹਨੂੰ ਉਹਦੇ ਵਿੱਚੋਂ ਨਾ ਸਰਚ ਕਰੀ ਜਾਣਾ, ਲੱਭ ਕੇ ਅਤੇ ਉਹਦਾ ਮਤਲਬ ਲਿਖੀ ਜਾਣਾ। ਤਾਂ ਮੈਂ ਮਤਲਬ ਲਿਖੀ ਗਿਆ। ਮੇਰੇ ਕੋਲ ਨੋਕੀਆ ਦਾ ਫ਼ੋਨ ਹੁੰਦਾ ਸੀ ਉਦੋਂ, ਤਾਂ ਮੈਂ ਨੋਕੀਆ ਦੇ ਫ਼ੋਨ ਦੇ ਵਿੱਚ ਨਾ ਨੋਟਸ ਬਣਾ ਲੈਂਦਾ ਸੀ ਵੀ ਜੋ ਵਰਡਸ ਮੈਂ ਸਿੱਖੇ ਉਹਨਾਂ ਦਾ ਕੀ ਅਰਥ ਹੈ। ਅਤੇ ਮੈਂ ਐਟ ਦੀ ਐਂਡ ਆਫ ਦਾ ਡੇ ਜੋ ਪੜ੍ਹਦਾ ਸੀਗਾ ਅਤੇ ਉਹਦਾ ਮਤਲਬ ਲਿਖ ਕੇ ਉਹਨੂੰ ਰਿਵਾਈਜ਼ ਕਰਦਾ ਸੀ ਵੀ ਮੈਨੂੰ ਕਿਤੇ ਯਾਦ ਹੋ ਜਾਣਗੇ, ਇਸ ਉਮੀਦ ਵਿੱਚ। ਕਰਦੇ ਮੈਨੂੰ 1 ਮਹੀਨਾ ਹੋ ਗਿਆ ਜੀ। ਤਾਂ ਮੈਂ ਰੀਅਲਾਈਜ਼ ਕੀਤਾ ਵੀ ਮੈਂ ਤਾਂ ਫਿਰ ਭੁੱਲੀ ਜਾਂਦਾ, ਤਾਂ ਮੈਨੂੰ ਤਾਂ ਮਤਲਬ ਨਹੀਂ ਯਾਦ ਹੋ ਰਹੇ। ਉਹ ਕਿਉਂ ਨਹੀਂ ਸੀ ਯਾਦ ਹੋ ਰਹੇ? ਕਿਉਂਕਿ ਮੈਂ ਕਦੀ ਉਹਨਾਂ ਨੂੰ ਵਰਤਣੇ ਹੀ ਨਹੀਂ ਸਿੱਖੇ ਅਤੇ ਮੈਂ ਕਦੀ ਨਾ ਉਹਨਾਂ ਨੂੰ ਵਰਤ ਕੇ ਪੜ੍ਹਦਾ ਵੀ ਨਹੀਂ ਸੀਗਾ। ਮਤਲਬ ਮੇਰੀ ਆਦਤ ਬੜੀ ਖ਼ਰਾਬ ਸੀ। ਮੈਂ ਕੀ ਕਰਦਾ ਸੀ ਵੀ ਮੈਂ ਨਾ ਆਪਣਾ ਜੋ ਆਰਟੀਕਲਸ ਪੜ੍ਹਨੇ ਨਿਊਜ਼ਪੇਪਰ ਦੇ ਵਿੱਚੋਂ, ਤਾਂ ਉਹਨਾਂ ਦੇ ਨਾ ਜਿਹੜੇ ਮੈਨੂੰ ਵਰਡਸ ਨਹੀਂ ਸੀ ਸਮਝ ਆਉਂਦੇ ਤਾਂ ਮੈਂ ਉਹਨੂੰ ਅੰਡਰਲਾਈਨ ਕਰ ਲੈਂਦਾ ਸੀ। ਹੁਣ ਮੈਂ ਅੰਡਰਲਾਈਨ ਕਰ ਲਏ, ਮੈਂ ਅੱਗੇ ਤੁਰ ਗਿਆ। ਹੁਣ ਕੀ ਹੋਇਆ ਵੀ ਮੈਂ ਜਦੋਂ ਸਾਰੇ ਵਰਡਸ ਅੰਡਰਲਾਈਨ ਕਰ ਲਏ, ਮੈਂ ਕਾਪੀ 'ਤੇ ਲਿਖ ਕੇ ਨਾ ਉਹਦਾ ਮਤਲਬ ਲੱਭੀ ਜਾਵਾਂ ਤਾਂ ਉਹਦਾ ਮਤਲਬ ਲਿਖੀ ਜਾਵਾਂ। ਤਾਂ ਮਤਲਬ ਲਿਖ ਕੇ ਤਾਂ ਮੈਂ ਰੱਖ ਲਏ ਫ਼ੋਨ 'ਚ ਲਿਖ ਕੇ, ਪਰ ਮੈਨੂੰ ਹੁਣ ਯੂਜ਼ ਤਾਂ ਕਰਨੀ ਨਹੀਂ ਆਈ ਨਾ। ਮੈਂ ਦੇਖਿਆ ਵੀ ਉਹ ਸ਼ਬਦ ਕਿੱਦਾਂ ਫਿੱਟ ਹੋਏ ਨੇ ਓਰੀਜਨਲੀ ਉਸ ਇੰਗਲਿਸ਼ ਨਿਊਜ਼ਪੇਪਰ ਦੇ ਕੰਟੈਂਟ ਦੇ ਵਿੱਚ, ਆਰਟੀਕਲ ਦੇ ਵਿੱਚ। ਮੈਂ ਕਦੀ ਨਹੀਂ ਇਹ ਚੀਜ਼ ਰੀਅਲਾਈਜ਼ ਕੀਤੀ। ਹੌਲੀ ਫਿਰ ਮੈਂ ਕੀ ਕਰਨਾ ਸ਼ੁਰੂ ਕੀਤਾ ਵੀ ਮੈਂ ਕਿਹਾ ਮੈਂ ਜੋ ਚੀਜ਼ ਮਤਲਬ ਲੱਭ ਰਿਹਾ ਨਾ ਤਾਂ ਮੈਂ ਉਹਨਾਂ ਨੂੰ ਜਦੋਂ ਪੜ੍ਹਦਾ ਵਾਂ ਉਦੋਂ ਹੀ ਲੱਭਾਂ। ਤਾਂ ਮੈਂ ਨਾਲ ਡਿਕਸ਼ਨਰੀ ਰੱਖ ਲੈਣੀ। ਤਾਂ ਮੈਂ ਰੋਜ਼ ਇੱਦਾਂ ਹੀ ਸਵੇਰੇ ਉੱਠ ਕੇ ਜਦੋਂ ਅਖਬਾਰ ਪੜ੍ਹਨੀ
ਤਾਂ ਮੈਂ ਆਰਟੀਕਲ ਪੜ੍ਹਨੇ ਸ਼ੁਰੂ ਕਰਨੇ, ਵਰਡਸ ਦੇਖਣੇ ਵੀ ਜਿਹੜੇ ਮੈਨੂੰ ਨਹੀਂ ਮਤਲਬ ਪਤਾ ਚੱਲ ਰਿਹਾ ਹੈ ਕੀ ਮਤਲਬ ਇਹਨਾਂ ਦਾ, ਤਾਂ ਦੇਖਣਾ ਡਿਕਸ਼ਨਰੀ 'ਚ ਕੀ ਮਤਲਬ ਹੈ। ਤਾਂ ਫਿਰ ਉਸ ਹਿਸਾਬ ਨਾਲ ਮੈਂ ਦੇਖਾਂ ਵੀ ਇਹ ਸੈਂਟੈਂਸ ਦੇ ਵਿੱਚ ਕਿਵੇਂ ਫਿੱਟ ਹੋ ਰਹੇ ਨੇ। ਚਲੋ ਮੈਂ ਇੱਦਾਂ ਕਰਕੇ ਪੜ੍ਹਨਾ ਸ਼ੁਰੂ ਕਰ ਦਿੱਤਾ। ਕੁਝ ਕੁ ਦਿਨ 1-2 ਮਹੀਨੇ ਇੱਦਾਂ ਚੱਲਦਾ ਰਿਹਾ। ਤੁਸੀਂ ਦੇਖੋ 1-2 ਮਹੀਨੇ ਹੋ ਗਏ ਮੈਂ ਤੁਹਾਨੂੰ ਇਹ ਦੱਸਦਾ ਪਿਆ, ਕਿਉਂਕਿ ਮੈਨੂੰ ਅਗਰ ਇੱਕ ਪੈਰਾਗ੍ਰਾਫ ਪੜ੍ਹਨਾ ਹੋਵੇ ਤਾਂ ਮੇਰੇ ਖਿਆਲ ਨਾਲ ਨਾ ਕਰਦੇ ਮੈਨੂੰ ਇੱਕੋ ਪੈਰਾਗ੍ਰਾਫ ਨੂੰ ਪੜ੍ਹਦੇ 1 ਘੰਟਾ ਲੱਗ ਜਾਂਦਾ ਹੁੰਦਾ ਸੀ। ਤਾਂ ਯੂ ਕੈਨ ਵੈਲ ਇਮੈਜਿਨ ਨਿਊਜ਼ਪੇਪਰ ਕਿੰਨਾ ਵੱਡਾ ਹੁੰਦਾ, ਕਿਉਂਕਿ ਨਿਊਜ਼ਪੇਪਰ ਦੇ ਵਿੱਚ ਯੂ ਗੈਟ ਦਿਸ ਨੈਸ਼ਨਲ ਨਿਊਜ਼, ਦੈਨ ਯੂ ਗੈਟ ਸਮ ਸਟੇਟ ਨਿਊਜ਼। ਦੂਜੇ ਤੀਜੇ ਪੇਜ ਦੇ ਹਿੰਦੁਸਤਾਨ ਟਾਈਮਸ ਦੇ ਦੂਜੇ ਤੀਜੇ ਪੇਜ 'ਤੇ ਜਿਹੜਾ ਨਿਊਜ਼ ਆਰਟੀਕਲਸ ਹੁੰਦੇ ਨੇ ਉਹ ਸਟੇਟ 'ਤੇ ਫੋਕਸਡ ਹੁੰਦੇ ਨੇ, ਪੰਜਾਬ ਦੇ, ਕਿਉਂਕਿ ਮੈਂ ਪੰਜਾਬ ਤੋਂ ਹਾਂ। ਤਾਂ ਫਿਰ ਉਸ ਤੋਂ ਬਾਅਦ ਫਿਰ ਨੈਸ਼ਨਲ ਨਿਊਜ਼ ਆ ਜਾਂਦੀ ਹੁੰਦੀ ਹੈ। ਦੈਨ ਯੂ ਟਰਨ ਇਨਟੂ ਦ ਐਡੀਟੋਰੀਅਲ ਸੈਕਸ਼ਨ, then comes the world news, then comes the business news, then after the business you turn left, you get to the sports section. So last 2-3 ਪੇਜ ਜਿਹੜੇ ਹੁੰਦੇ ਨੇ ਸਪੋਰਟਸ ਸੈਕਸ਼ਨ ਨੂੰ ਡੈਡੀਕੇਟਡ ਹੁੰਦੇ ਨੇ। ਤਾਂ ਮੈਂ ਇਹਦਾ ਸਾਰੇ ਟੌਪਿਕਸ ਨੂੰ ਵੱਖਰੇ ਵੱਖਰੇ ਸੈਕਸ਼ਨ 'ਚ ਪੜ੍ਹਦਾ ਹੁੰਦਾ ਸੀ। ਤਾਂ ਦਿਨ 'ਚ ਮੈਂ ਬੈਠਾ ਰਹਿੰਦਾ ਸੀਗਾ 8-9 ਘੰਟੇ, ਅਖਬਾਰ ਹੀ ਪੜ੍ਹਦਾ ਰਹਿੰਦਾ ਸੀਗਾ। ਜਿੱਥੇ ਮੈਨੂੰ ਟਾਈਮ ਲੱਗਦਾ ਸੀ ਮੈਂ ਅਖਬਾਰ ਪੜ੍ਹਦਾ ਸੀਗਾ। ਤਾਂ ਮਤਲਬ ਤੁਹਾਨੂੰ ਮੈਂ ਇਹ ਦੱਸਾਂ ਵੀ ਮੇਰੀ ਰੂਟੀਨ ਇੱਦਾਂ ਹੋ ਗਈ ਸੀ ਵੀ ਮੈਂ ਅਖਬਾਰ ਬਹੁਤ ਪੜ੍ਹੀ। ਅਖਬਾਰ ਕਿੱਦਾਂ ਤੁਹਾਨੂੰ ਮੈਂ ਸਮਝਾਉਣਾ ਵੀ ਮੈਂ ਨਾ ਜਦੋਂ ਸਿੱਖਣਾ ਸੀ ਨਾ ਇੰਗਲਿਸ਼ ਨੂੰ, ਤਾਂ ਮੈਂ ਉਦੋਂ ਭੁੱਲ ਗਿਆ ਵੀ ਮੇਰੇ ਨੂੰ ਕੌਣ ਕੀ ਕਹਿੰਦਾ ਆ ਅਤੇ ਮੈਨੂੰ ਕਿੱਦਾਂ ਜੱਜ ਕਰਦਾ ਆ। ਮੈਂ ਕਿਸੇ ਦਾ ਡਰ ਨਹੀਂ ਮਾਰਿਆ, ਹੈ ਨਾ, ਕਿਸੇ ਦੀ ਪਰਵਾਹ ਨਹੀਂ ਕੀਤੀ। ਮੈਂ ਹਮੇਸ਼ਾ ਇੰਗਲਿਸ਼ ਨੂੰ ਸਿੱਖਣ ਵਾਸਤੇ ਨਾ ਕੀ ਕੀਤਾ ਵੀ ਆਪਣੇ ਕੋਲ ਅਖਬਾਰ ਰੱਖਿਆ। ਅਖਬਾਰ ਪੜ੍ਹਨਾ ਮੇਰੇ ਵਾਸਤੇ ਸਭ ਤੋਂ ਵੱਡਾ ਕਹਿ ਲਓ ਵੀ ਸਭ ਤੋਂ ਵੱਡੀ ਹੈਲਪ ਸੀਗੀ ਕਿ ਮੈਂ ਅਖਬਾਰ ਪੜ੍ਹ ਕੇ ਚੀਜ਼ ਨੂੰ ਸਿੱਖਿਆ। ਉਹ ਇੱਦਾਂ ਵੀ ਦੇਖੋ ਮੈਂ ਤੁਹਾਨੂੰ ਸਮਝਾਉਣਾ, ਮੈਂ ਹਿੰਦੁਸਤਾਨ ਟਾਈਮਸ ਨਿਊਜ਼ਪੇਪਰ ਆਪਣੇ ਕੋਲ ਹਮੇਸ਼ਾ ਨਾਲ ਰੱਖਦਾ ਸੀ। ਸਵੇਰੇ ਸਵੇਰੇ ਮੈਨੂੰ ਯਾਦ ਹੈ ਨਿਊਜ਼ਪੇਪਰ ਜਿਹੜਾ ਥਰੋ ਕਰਨ ਲਈ ਆਉਂਦਾ ਹੁੰਦਾ ਸੀ ਬੰਦਾ, ਉਹਨੇ ਥਰੋ ਕਰ ਜਾਣਾ ਜੀ ਘਰ ਤਕਰੀਬਨ 7 ਵਜੇ ਨਿਊਜ਼ਪੇਪਰ। ਤਾਂ ਮੈਂ ਨਿਊਜ਼ਪੇਪਰ ਲੈ ਕੇ ਬਹਿ ਜਾਣਾ ਪਹਿਲਾਂ ਹੀ ਪੜ੍ਹਨ ਲੱਗਿਆ। ਤਾਂ ਉਸ ਤੋਂ ਬਾਅਦ ਮੈਂ ਕਾਲਜ ਜਾਂਦਾ ਹੁੰਦਾ ਸੀ ਤਾਂ ਮੈਂ ਨਿਊਜ਼ਪੇਪਰ ਨਾਲ ਲੈ ਕੇ ਜਾਂਦਾ ਸੀ ਆਪਣੇ ਹੱਥ 'ਚ ਹੀ। ਤਾਂ ਮੈਨੂੰ ਸਾਰੇ ਦੇਖਦੇ ਸੀਗੇ ਕਾਲਜ ਜਾਣਾ, ਮੇਰੇ ਫਰੈਂਡਸ ਜਾਂ ਹੋਰ ਵੀ ਕੋਈ ਜਿਹੜੇ ਬੰਦੇ ਨਹੀਂ ਮੈਨੂੰ ਜਾਣਦੇ ਸੀ। ਤਾਂ ਉਹ ਕਹਿੰਦੇ ਵੀ ਯਾਰ ਇਹ ਅਖਬਾਰ ਹੀ ਲਈ ਫਿਰਦਾ ਜਦੋਂ ਦੇਖੋ, ਹੈ ਨਾ, ਮੇਰਾ ਮਜ਼ਾਕ ਉਡਾਉਂਦੇ ਹੁੰਦੇ ਸੀਗੇ। ਤਾਂ ਆਪਾਂ ਸਾਨੂੰ ਕੋਈ ਫਰਕ ਨਹੀਂ ਪਿਆ, ਅਸੀਂ ਕੋਈ ਟੈਨਸ਼ਨ ਨਹੀਂ ਲਿੱਤੀ ਕੌਣ ਕੀ ਸਾਨੂੰ ਜੱਜ ਕਰ ਰਿਹਾ, ਸਾਡੇ ਬਾਰੇ ਕੀ ਬੋਲਣ ਦੀ ਕੋਸ਼ਿਸ਼ ਕਰਦਾ ਆ, ਹੈ ਨਾ। ਕਿਉਂਕਿ ਮੇਰਾ ਮਕਸਦ ਸੀਗਾ ਵੀ ਮੈਂ ਸਿੱਖਾਂ, ਕਿਉਂਕਿ ਅੱਜ ਮੈਂ ਅਖਬਾਰ ਪੜ੍ਹ ਕੇ ਮੈਨੂੰ ਇੰਨਾ ਮਹਿਸੂਸ ਹੁੰਦਾ ਸੀ ਵੀ ਮੈਂ ਸਿੱਖ ਜਾਊਂਗਾ। ਤਾਂ ਮੈਂ ਅੱਜ ਸਿੱਖ ਜਾਊਂਗਾ ਨਾ ਤਾਂ ਕੱਲ੍ਹ ਫਿਰ ਮੈਨੂੰ ਕੋਈ ਬੋਲਣ ਵਾਲਾ ਨਹੀਂ ਹੋਊਗਾ। ਤਾਂ ਕੱਲ੍ਹ ਫਿਰ ਮੈਂ ਕੀ ਕੀਤਾ ਵੀ ਮੈਂ ਰੋਜ਼ ਅਖਬਾਰ ਪੜ੍ਹਦਾ ਹੁੰਦਾ ਸੀਗਾ। ਮੈਂ ਫਿਰ ਕਾਲਜ ਦੀ ਲਾਇਬ੍ਰੇਰੀ 'ਚ ਜਾਣਾ, ਲਾਇਬ੍ਰੇਰੀ 'ਚ ਜਾ ਕੇ ਵੀ ਉੱਥੇ 3-4 ਸਾਡੇ ਕੋਲ ਅਖਬਾਰ ਹੁੰਦੇ ਸੀ, ਜਿਵੇਂ ਹਿੰਦੁਸਤਾਨ ਟਾਈਮਸ, ਟ੍ਰਿਬਿਊਨ, ਦ ਹਿੰਦੂ, ਇੱਦਾਂ ਹੀ ਉੱਥੇ ਇੰਗਲਿਸ਼ ਦੇ ਨਿਊਜ਼ਪੇਪਰਸ ਹੁੰਦੇ ਸੀ ਅਤੇ ਪੰਜਾਬੀ ਹਿੰਦੀ ਦੇ ਵੀ ਹੁੰਦੇ ਸੀ। ਤਾਂ ਮੈਂ ਉਹ ਸਾਰਿਆਂ 'ਚੋਂ ਨਾ ਕੁਛ ਪੜ੍ਹਨ ਦੀ ਕੋਸ਼ਿਸ਼ ਕਰਦਾ ਹੁੰਦਾ ਸੀਗਾ। ਤਾਂ ਸਾਰਿਆਂ 'ਚੋਂ ਮੈਂ ਕੋਈ ਵਰਲਡ ਨਿਊਜ਼ ਦਾ ਸੈਕਸ਼ਨ ਆਰਟੀਕਲ ਚੱਕ ਲੈਣਾ, ਕੋਈ ਐਡੀਟੋਰੀਅਲ ਚੱਕ ਲੈਣਾ ਅਤੇ ਕਦੀ ਕੁਛ ਹੋਰ ਚੱਕ ਲੈਣਾ। ਤਾਂ ਮੈਂ ਉਹਨੂੰ ਪੜ੍ਹਨ ਦੀ ਕੋਸ਼ਿਸ਼ ਕਰਨੀ। ਹੁਣ ਕੀ ਹੁੰਦਾ ਸੀ ਵੀ ਮੈਂ ਪੜ੍ਹਦਾ ਸੀਗਾ ਅਤੇ ਵਰਡਸ ਦੇ ਅਰਥ ਵੀ ਲੱਭ ਲੈਂਦਾ ਸੀ, ਪਰ ਮੈਨੂੰ ਪਤਾ ਨਹੀਂ ਸੀ ਚੱਲਦਾ ਫਿਰ ਵੀ ਇਹ ਟੋਟਲ ਕੌਨਟੈਕਸਟ ਜਿਹੜਾ ਇਹਦਾ ਮਤਲਬ ਹੈ ਨਾ ਕੀ ਹੈ। ਹੁਣ ਅਗਰ ਤੁਹਾਡੇ 'ਚੋਂ ਵੀ ਕੋਈ ਇੱਦਾਂ ਕੋਈ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਤੁਸੀਂ ਰਿਲੇਟ ਕਰ ਪਾਉਂਦੇ ਹੋਵੋਗੇ ਵੀ ਤੁਹਾਨੂੰ ਮਤਲਬ ਨਹੀਂ ਸਮਝ ਆਉਂਦਾ ਹੁੰਦਾ ਕਈ ਵਾਰੀ ਝੱਟ ਹੀ ਉਹਦਾ। ਤਾਂ ਮੈਂ ਕੀ ਕਰਦਾ ਸੀ, ਮੈਂ ਘਰ ਆਉਂਦਾ ਸੀ ਅਤੇ ਮੈਂ ਪਾਪਾ ਨਾਲ ਡਿਸਕਸ ਕਰਦਾ ਸੀ ਵੀ ਪਾਪਾ ਇਹਦਾ ਕੀ ਮਤਲਬ ਹੈ, ਜਾਂ ਇਹ ਵਰਲਡ ਨਿਊਜ਼ ਦੀ ਗੱਲ ਹੈ ਅਤੇ ਵਰਲਡ ਲੈਵਲ 'ਤੇ ਨਾਟੋ ਕੀ ਹੈ। ਅਗਰ ਤੁਹਾਨੂੰ ਨਾਟੋ ਨਹੀਂ ਪਤਾ, ਤੁਹਾਨੂੰ ਪਤਾ ਹੋਣਾ ਚਾਹੀਦਾ ਨਾਟੋ ਕੀ ਹੈ, ਹੈ ਨਾ। ਪੈਲਸਟੀਨ ਕੀ ਹੈਗੀ ਹੈ, ਸੀਰੀਆ ਕੀ ਹੈ, ਵਾਰ ਗੇਮ ਕੀ ਹੋ ਰਹੀ ਹੈ, WHO ਕਿੱਦਾਂ ਦੀ ਬੋਡੀ ਹੈ, ਵਰਲਡ ਬੈਂਕ ਕੀ ਕਰਦਾ ਹੈ, ਵਰਲਡ ਬੈਂਕ ਵੱਖਰੇ ਮੁਲਕਾਂ ਨੂੰ ਕਿਵੇਂ ਫੰਡਿੰਗ ਪ੍ਰੋਵਾਈਡ ਕਰਦਾ ਹੈ, ਕਿਵੇਂ ਲੋਨ ਪ੍ਰੋਵਾਈਡ ਕਰਦਾ ਹੈ। ਤਾਂ ਇੱਦਾਂ ਹੀ ਬਿਜ਼ਨਸ ਨਿਊਜ਼ ਪੜ੍ਹਨੀ, ਬਿਜ਼ਨਸ ਨਿਊਜ਼ ਰਿਗਾਰਡਿੰਗ ਜੋ ਸਵਾਲ ਹੁੰਦੇ ਸੀਗੇ, ਜੋ ਟਰਮਨੋਲੋਜੀਜ਼ ਹੁੰਦੀਆਂ ਸੀਗੀਆਂ, ਬਿਜ਼ਨਸਿਸ ਕਿੱਦਾਂ ਕੰਮ ਕਰਦੇ ਨੇ, ਸਟੇਟ ਲੈਵਲ 'ਤੇ ਕਿੱਦਾਂ ਸਰਕਾਰਾਂ ਕੰਮ ਕਰਦੀਆਂ ਨੇ, ਨੈਸ਼ਨਲ ਲੈਵਲ 'ਤੇ ਸਰਕਾਰਾਂ ਕਿਵੇਂ ਕਰਦੀਆਂ ਨੇ, ਇਹ ਇਨੀਸ਼ੀਏਟਿਵਸ ਕਿੱਦਾਂ ਲਏ ਜਾਂਦੇ ਨੇ, ਐਕਟੀਵਿਟੀਜ਼ ਕਿੱਦਾਂ ਹੁੰਦੀਆਂ ਨੇ। ਤਾਂ ਉਹ ਸਾਰਿਆਂ ਦੇ ਉੱਤੇ ਮੇਰੀ ਜਿਹੜੀ ਡਿਸਕਸ਼ਨ ਹੁੰਦੀ ਸੀ ਨਾ ਮੇਰੇ ਫਾਦਰ ਨਾਲ ਹਮੇਸ਼ਾ ਹੁੰਦੀ ਸੀ। ਤਾਂ ਮੈਂ ਉਹਨਾਂ ਕੋਲੋਂ ਬੜਾ ਸਿੱਖਿਆ, ਪਰ ਮੈਂ ਉਹ ਇੰਗਲਿਸ਼ 'ਚ ਸਮਝਣਾ ਸ਼ੁਰੂ ਕੀਤਾ ਜੋ ਉਹਨਾਂ ਨੇ ਮੈਨੂੰ ਸਮਝਾਇਆ। ਤਾਂ ਮੈਂ ਬਹੁਤ ਵਾਰੀ ਭੁੱਲ ਜਾਂਦਾ ਸੀ, ਮੈਨੂੰ ਫਿਰ ਡਾਂਟ ਦਿੰਦੇ ਸੀ ਵੀ ਤੂੰ ਕਿਉਂ ਭੁੱਲ ਜਾਂਦਾ, ਪਰ ਮੈਂ ਥੋੜ੍ਹਾ ਜਿਹਾ ਫਿਰ ਹੌਲੀ ਸਿੱਖਿਆ, ਹੈ ਨਾ। ਆਈਵ ਲਰਨਡ ਇੰਗਲਿਸ਼ ਦਾ ਹਾਰਡੈਸਟ ਵੇ। ਤਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਡਿਸਕਸ ਕਰਕੇ ਤਾਂ ਮੈਂ ਨਾ ਨੋਟਸ ਬਣਾਉਂਦਾ ਸੀ ਆਪਣੇ। ਤਾਂ ਨੋਟਸ ਬਣਾ ਕੇ ਹਮੇਸ਼ਾ ਮੈਂ ਰੋਜ਼ ਦੇ ਰੋਜ਼ ਆਪਣੀ ਡਾਇਰੀ ਲਿਖੀ ਜਾਣੀ ਮੈਂ ਕੀ ਸਿੱਖਿਆ ਅੱਜ, ਅਤੇ ਜੋ ਮੈਂ ਸਿੱਖਿਆ ਮੈਂ ਉਹਨੂੰ ਰਿਵਾਈਜ਼ ਕਰਦਾ ਹੁੰਦਾ ਸੀਗਾ ਰੋਜ਼। ਤਾਂ ਕੀ ਹੋਇਆ ਵੀ ਹੌਲੀ ਮੈਂ ਕੰਫਰਟੇਬਲ ਹੋਣਾ ਸ਼ੁਰੂ ਹੋ ਗਿਆ। ਕੰਫਰਟੇਬਲ ਹੋ ਕੇ ਮੈਂ ਦੇਖਿਆ ਵੀ ਜਿਹੜੇ ਵਰਡਸ ਨੇ
ਕਿਉਂਕਿ ਮੈਂ ਰੋਜ਼ ਇੰਗਲਿਸ਼ ਨਿਊਜ਼ਪੇਪਰ ਪੜ੍ਹਦਾ ਸੀ। ਕਰਦੇ ਕਰਦੇ ਮੈਨੂੰ ਨਾ ਇੱਦਾਂ ਸਾਲ ਹੋ ਗਿਆ ਨਿਊਜ਼ਪੇਪਰ ਪੜ੍ਹਦੇ। ਤਾਂ ਜਦੋਂ ਸਾਲ ਹੋ ਗਿਆ ਤਾਂ ਮੈਂ ਰੀਅਲਾਈਜ਼ ਕੀਤਾ ਵੀ ਹੁਣ ਮੈਨੂੰ ਵਰਡਸ ਪਤਾ ਚੱਲ ਗਏ ਤੇ ਵਰਡਸ ਰਿਪੀਟ ਕਰ ਰਹੇ ਨੇ। ਜਦੋਂ ਵਰਡਸ ਰਿਪੀਟ ਕਰ ਰਹੇ ਨੇ ਤਾਂ ਜਿਹੜਾ ਮਰਜ਼ੀ ਮੈਂ ਰੋਜ਼ ਦਾ ਨਿਊਜ਼ਪੇਪਰ ਦੇ ਵਿੱਚ ਕੋਈ ਆਰਟੀਕਲ ਪੜ੍ਹ ਲਵਾਂ, ਠੀਕ ਹੈ, ਤਾਂ ਉਹਦੇ 'ਚ ਵਰਡਸ ਰਿਪੀਟ ਹੁੰਦੇ ਸੀਗੇ। ਕਿਉਂਕਿ ਜਿਹੜਾ ਤੁਸੀਂ ਸਮਝੋਗੇ ਨਾ ਸ਼ਬਦਾਂ ਦੀ ਜਿਹੜੀ ਚੋਣ ਹੁੰਦੀ ਹੈ ਉਹ ਕੌਂਟੈਕਸਟ ਦੇ ਅਕੋਰਡਿੰਗ ਸਿਮਿਲਰ ਹੀ ਹੁੰਦੀ ਹੈ, ਠੀਕ ਹੈ। ਕਿੱਥੇ ਵਰਡ ਡਾਊਟ ਆਉਣਾ ਹੈ, ਕਿੱਥੇ ਵਰਡ ਸਕੈਪਟਿਸਿਜ਼ਮ ਆਉਣਾ ਹੈ, ਕਿੱਥੇ ਵਰਡ ਤੁਸੀਂ ਕਹੋਗੇ ਜੀ ਕੌਨਫਲਿਕਟ ਆਉਣਾ ਹੈ, ਕਿੱਥੇ ਡਿਸਟਰੋਟ ਆਉਣਾ ਹੈ ਨਾ। ਅਗਰ ਤੁਸੀਂ ਵਰਡਸ ਨਹੀਂ ਸੁਣੇ ਤਾਂ ਤੁਸੀਂ ਅਖਬਾਰ ਪੜ੍ਹੋ। ਮੈਂ ਸਮਝਣਾ ਕਿੱਥੇ ਰਿਵੈਂਜ ਹੁੰਦਾ ਹੈ, ਕਿੱਥੇ ਰਿਟੈਲੀਏਟ ਹੁੰਦਾ ਹੈ। ਹੁਣ ਕਿਤੇ ਵੀ ਡਿਫੈਂਸ ਫੋਰਸਿਸ ਦੇ ਰਿਗਾਰਡਿੰਗ ਕੋਈ ਖਬਰ ਹੈ ਨਾ, ਤਾਂ ਤੁਸੀਂ ਵਰਡ ਦੇਖੋ ਰਿਟੈਲੀਏਸ਼ਨ ਬਹੁਤ ਹੱਦ ਤੱਕ ਆਉਂਦਾ ਉੱਥੇ ਵਰਡ, ਤਾਂ ਉੱਥੇ ਰਿਵੈਂਜ ਨਹੀਂ ਆਏਗਾ, ਰਿਟੈਲੀਏਟ ਹੁੰਦਾ। ਰਿਟੈਲੀਏਟ ਦਾ ਮਤਲਬ ਹੁੰਦਾ ਮੂੰਹ ਤੋੜ ਜਵਾਬ ਦੇਣਾ, ਠੀਕ ਹੈ। ਹੁਣ ਤੁਸੀਂ ਆਮ ਜ਼ਿੰਦਗੀ ਦੇ ਵਿੱਚ ਰਿਟੈਲੀਏਟਰ ਨਹੀਂ ਕਹਿੰਦੇ ਹੋ ਨਾ ਵੀ ਉਹਨੇ ਰਿਟੈਲੀਏਟ ਕੀਤਾ ਮੈਨੂੰ, ਨਹੀਂ, ਆਪਾਂ ਕਹਿੰਦੇ ਰਿਵੈਂਜ। ਅਕਸਰ ਲੋਕੀ ਇਹਦੇ 'ਚ ਕਨਫਿਊਜ਼ਨ 'ਚ ਰਹਿੰਦੇ ਨੇ ਵੀ ਰਿਵੈਂਜ ਤੇ ਰਿਟੈਲੀਏਸ਼ਨ ਹੀ ਹੁੰਦਾ, ਪਰ ਦੋਨਾਂ ਦਾ ਵੱਖਰਾ ਵੱਖਰਾ ਮੀਨਿੰਗ ਹੁੰਦਾ। ਕਿਉਂਕਿ ਜਿਹੜੀ ਟੌਪਿਕ ਸੈਂਟਰਿਕ ਵੋਕੈਬੂਲਰੀ ਹੁੰਦੀ ਹੈ ਨਾ ਉਹ ਵੱਖਰੀ ਹੁੰਦੀ ਹੈ। ਸਾਨੂੰ ਸਾਰਿਆਂ ਨੂੰ ਲੱਗਦਾ ਤਾਂ ਹੈ ਜਿਵੇਂ ਅੱਜ ਤੁਸੀਂ ਗੂਗਲ ਕਰੋਗੇ ਇੱਕ ਵਰਡ ਦਾ ਮਤਲਬ ਲੈਟਸ ਸੇ ਡਾਊਟ ਹੀ ਕਰੋਗੇ ਤਾਂ ਡਾਊਟ ਦੇ ਬਹੁਤ ਸਾਰੇ ਸਿਨੋਨਿਮਸ ਆ ਜਾਣਗੇ। ਸਕੈਪਟੀਕਲ ਹੈ ਨਾ, ਤੁਸੀਂ ਕਹੋਗੇ ਜੀ ਦੂਜਾ ਵਰਡ ਹੋ ਜਾਂਦਾ ਆ ਅਨਸ਼ਿਓਰ, ਠੀਕ ਹੈ ਨਾ। ਤੀਜਾ ਆ ਜਾਏਗਾ ਤੁਹਾਨੂੰ ਵੀ ਕੌਨਫਲਿਕਟ, ਕਨਫਿਊਜ਼ਨ, ਹੈ ਨਾ। ਤਾਂ ਇਹ ਵੱਖਰੇ ਵੱਖਰੇ ਵਰਡ ਜ਼ਰੂਰ ਨੇ ਪਰ ਇਹਨਾਂ ਦੀ ਜਿਹੜੀ ਵਰਤੋਂ ਹੈ ਵੱਖਰੀ ਹੈ, ਸਿਮਿਲਰ ਨਹੀਂ ਹੋ ਸਕਦੀ ਐਗਜ਼ੈਕਟਲੀ। ਤਾਂ ਮੁੱਕਦੀ ਗੱਲ ਇੰਨੀ ਹੈ ਵੀ ਮੈਂ ਉਹਨਾਂ ਨੂੰ ਸਮਝਣਾ ਸ਼ੁਰੂ ਕੀਤਾ ਤਾਂ ਮੈਨੂੰ ਇੱਦਾਂ ਸਮਝ ਆਉਣਾ ਸ਼ੁਰੂ ਹੋ ਗਿਆ ਵੀ ਕੌਂਟੈਕਸਟ ਦੇ ਵਿੱਚ ਗੱਲਾਂ ਬਾਤਾਂ ਕੀ ਹੋ ਰਹੀਆਂ ਨੇ, ਅਤੇ ਜੇ ਵਰਲਡ ਨਿਊਜ਼ 'ਤੇ ਗੱਲ ਹੈ ਤਾਂ ਵਰਲਡ ਨਿਊਜ਼ 'ਤੇ ਕਿਹੜੀ ਗੱਲ ਹੋ ਰਹੀ ਹੈ। ਅਤੇ ਮੈਂ ਇੱਦਾਂ ਦੁਨੀਆ ਬਾਰੇ ਅਵੇਅਰ ਹੋਣਾ ਸ਼ੁਰੂ ਹੋ ਗਿਆ, ਹੈ ਨਾ। ਵਾਟਸ ਹੈਪਨਿੰਗ ਅਰਾਊਂਡ ਦ ਵਰਲਡ, what are the whereabouts, what's happening in, let's say, Syria, in Palestine, as against to what's happening in the US, then what's happening in Australia, and then ਜੇ ਨੈਸ਼ਨਲ ਨਿਊਜ਼ ਪੜ੍ਹਨੀ ਤਾਂ ਪਤਾ ਚੱਲਣਾ ਵੀ ਆਪਣੇ ਮੁਲਕ 'ਚ ਵੀ ਕੀ ਹੋ ਰਿਹਾ, what's happening in India, ਹੈ ਨਾ, what are people fighting for, ਠੀਕ ਹੈ। ਤਾਂ ਉਵੇਂ ਜਿਹੜੀ ਲੋਕਲ ਨਿਊਜ਼ ਹੈ ਲੁਧਿਆਣੇ ਦੀ, ਅਤੇ ਲੁਧਿਆਣੇ ਦੀ ਨਿਊਜ਼ ਵੀ ਪੜ੍ਹਨੀ, ਲੁਧਿਆਣੇ 'ਚ ਕੀ ਹੋ ਰਿਹਾ, ਕੀ ਐਕਟੀਵਿਟੀਜ਼ ਹੋ ਰਹੀਆਂ, ਕਿੱਥੇ ਕੁਝ ਦਿੱਕਤ ਆ ਰਹੀ ਹੈ। ਹੁਣ ਮੰਨ ਲਓ ਬੁੱਢੇ ਨਾਲੇ ਦੀ ਗੱਲ ਹੈ, ਬੁੱਢੇ ਨਾਲੇ ਨੂੰ ਅਸੀਂ ਪੰਜਾਬੀ 'ਚ ਤਾਂ ਬੜੀਆਂ ਗੱਲਾਂ ਕਰਦੇ ਹਾਂ, ਪਰ ਕੀ ਉਹਨੂੰ ਇੰਗਲਿਸ਼ 'ਚ ਸਮਝਿਆ ਵੀ ਬੁੱਢੇ ਨਾਲੇ ਦੀ ਕੀ ਦਿੱਕਤਾਂ ਨੇ, ਉਹਨੂੰ ਕਿੱਦਾਂ ਲਿਖਣਾ ਆ, ਕਿੱਦਾਂ ਪੇਸ਼ ਕੀਤਾ ਜਾਂਦਾ ਹੈ, ਕਿੱਦਾਂ ਉਹਨੂੰ ਦਿਖਾਇਆ ਜਾ ਰਿਹਾ ਆ, ਉਹਦੇ ਹੱਲ ਕੀ ਨੇ, ਇੰਡਸਟਰੀਅਲਿਸਟ ਕਿਵੇਂ ਹੱਲ ਕੱਢ ਸਕਦੇ ਨੇ ਉਹਦਾ। ਮੰਨ ਲਓ ਕੋਈ ਗ੍ਰੀਨ ਹਾਊਸ ਉੱਤੇ ਕੰਟੈਂਟ ਹੈਗਾ ਆ, ਹੈ ਨਾ, ਕੋਈ ਇਨਵਾਇਰਮੈਂਟ ਉੱਤੇ ਕੰਟੈਂਟ ਹੈ, ਤਾਂ ਉਹਦਾ ਹੱਲ ਕਿੱਦਾਂ ਕੱਢਿਆ ਜਾ ਸਕਦਾ ਹੈ, ਕੀ ਦਿੱਕਤਾਂ ਨੇ, ਹੈ ਨਾ, ਕਿਹੜੀ ਚੀਜ਼ ਇੰਪਰੂਵ ਨਹੀਂ ਹੋ ਰਹੀ। ਇਹ ਸਾਰਾ ਕੁਝ ਜਿਹੜਾ ਹੈ ਨਾ ਇੰਗਲਿਸ਼ ਦੇ ਵਿੱਚ ਸਾਨੂੰ ਪੜ੍ਹ ਕੇ ਪਤਾ ਚੱਲੂਗਾ ਵੀ ਕਹਿਣਾ ਕਿੱਦਾਂ ਹੁੰਦਾ, ਲਿਖਣਾ ਕਿੱਦਾਂ ਹੁੰਦਾ। ਜੇ ਅਸੀਂ ਪੜ੍ਹਾਂਗੇ ਰੋਜ਼ ਤਾਂ ਸਾਨੂੰ ਲਿਖਣਾ ਆਊਗਾ। ਪਰ ਕੀ ਹੈ ਨਾ, ਹੁਣ ਸਿਰਫ ਵਰਡ ਮੀਨਿੰਗਸ ਲੱਭ ਕੇ ਨਹੀਂ ਹੋਊਗਾ, ਤੁਹਾਨੂੰ ਕੀ ਕਰਨਾ ਪਊਗਾ, ਤੁਸੀਂ ਉਹਨਾਂ ਨੂੰ ਵਰਤਣਾ ਸਿੱਖੋ, ਸ਼ਬਦਾਵਲੀ ਨੂੰ ਵਰਤਣਾ ਸਿੱਖੋ। ਤੁਸੀਂ ਰੋਜ਼ ਲਿਖੋ ਕੁਛ ਨਾ ਕੁਛ, ਕਿਸੇ ਵੀ ਟੌਪਿਕ ਉੱਤੇ ਫੜ ਲਓ। ਤੁਸੀਂ ਕਹੋ ਵੀ ਮੈਂ ਲੈਟਸ ਸੇ ਅੱਜ ਇਨਵਾਇਰਮੈਂਟ ਉੱਤੇ ਲਿਖਣਾ ਹੈ, ਮੈਂ ਅੱਜ ਇਕਨੋਮਿਕਸ ਉੱਤੇ ਲਿਖਣਾ, ਮੈਂ ਅੱਜ ਫਾਈਨੈਂਸ ਦਾ ਕਿਸੇ ਇੱਕ ਟੌਪਿਕ ਉੱਤੇ ਕੋਈ ਚੀਜ਼ ਕਹਿਣਾ ਚਾਹੁੰਦਾ ਕਿਸੇ ਨੂੰ ਲਿਖ ਕੇ, ਤਾਂ ਲਿਖੋ। ਕਿਉਂਕਿ ਬਿਨਾਂ ਲਿਖਿਆ ਤੁਸੀਂ ਲਿਖਣਾ ਨਹੀਂ ਜਾਣ ਸਕਦੇ ਨਾ। ਕਿਉਂਕਿ ਖੇਡ ਕੀ ਸੀਗੀ ਵੀ ਰਾਈਟਿੰਗ ਨੂੰ ਕਿੱਦਾਂ ਇੰਪਰੂਵ ਕਰਨਾ। ਰਾਈਟਿੰਗ ਨੂੰ ਇੰਪਰੂਵ ਕਰਨ ਦਾ ਜਿਹੜਾ ਪਹਿਲਾ ਸਟੈਪ ਹੈ, ਜਿਹੜੀ ਪਹਿਲੀ ਪੌੜੀ ਆ, ਉਹ ਹੈ ਵੀ ਇੰਗਲਿਸ਼ ਰੀਡਿੰਗ ਕਰਨੀ। ਇੰਗਲਿਸ਼ ਕੰਟੈਂਟ ਨੂੰ ਪੜ੍ਹੋ, ਇੰਗਲਿਸ਼ ਕੰਟੈਂਟ ਨੂੰ ਪੜ੍ਹ ਕੇ ਅਤੇ ਫਿਰ ਤੁਸੀਂ ਉਹਨੂੰ ਇਸਤੇਮਾਲ ਕਰਨਾ ਸਿੱਖੋ, ਉਹਨੂੰ ਐਗਜ਼ੀਕਿਊਟ ਕਰੋ, ਉਹਨੂੰ ਇੰਪਲੀਮੈਂਟ ਕਰੋ, ਠੀਕ ਹੈ ਨਾ, ਪ੍ਰੈਕਟਿਸ ਕਰੋ ਉਹਨੂੰ। ਤਾਂ ਮੈਂ ਇੱਦਾਂ ਬਹੁਤ ਕੁਝ ਲਿਖਦਾ ਹੁੰਦਾ ਸੀਗਾ ਕਾਲਜ ਡੇਜ਼ ਦੇ ਵਿੱਚ ਵੀ, ਅਤੇ ਉਸ ਤੋਂ ਬਾਅਦ ਵੀ। ਜਿੰਨਾ ਜ਼ਿਆਦਾ ਤੁਸੀਂ ਲਿਖੋਗੇ ਉਨਾ ਜ਼ਿਆਦਾ ਤੁਹਾਨੂੰ ਲਿਖਣਾ ਆਊਗਾ, ਕਿਉਂਕਿ ਤੁਹਾਡੇ ਕੋਲ ਪਹਿਲਾਂ ਗਿਆਨ ਹੋਣਾ ਚਾਹੀਦਾ ਲਿਖਣ ਲਈ। ਦੇਖੋ ਗਿਆਨ ਕੀ ਹੈ, ਤੁਸੀਂ ਨਿਊਜ਼ਪੇਪਰ ਪੜ੍ਹੋ, ਤੁਸੀਂ ਮੈਗਜ਼ੀਨਸ ਪੜ੍ਹੋ, ਤੁਸੀਂ ਆਰਟੀਕਲਸ ਪੜ੍ਹੋ, ਤੁਸੀਂ ਬਲੌਗਸ ਪੜ੍ਹੋ, ਤੁਸੀਂ ਕੁਛ ਵੀ ਚੀਜ਼ ਪੜ੍ਹੋ ਜੋ ਕਿ ਇੰਗਲਿਸ਼ 'ਚ ਲਿਖੀ ਹੋਈ ਆ, ਜਿਹਦੇ ਵਿੱਚ ਇਨਫੋਰਮੇਸ਼ਨ ਹੈ ਪਰ ਇੰਗਲਿਸ਼ 'ਚ, ਠੀਕ ਹੈ। ਇਹ ਗਿਆਨ ਹੈ। ਹੁਣ ਇਹ ਗਿਆਨ ਜਦੋਂ ਤੁਹਾਡੇ ਦਿਮਾਗ 'ਚ ਵਸਿਆ ਹੋਊਗਾ, ਤੁਹਾਨੂੰ ਪਤਾ ਹੋਊਗਾ ਵੀ ਕਿਸ ਕੌਂਟੈਕਸਟ ਦੇ ਅਕੋਰਡਿੰਗ ਕੀ ਚੀਜ਼ ਬੋਲੀ ਜਾਂਦੀ ਹੈ, ਕਿੱਦਾਂ ਲਿਖੀ ਜਾਂਦੀ ਹੈ, ਤਾਂ ਤੁਸੀਂ ਉਹਨੂੰ ਲਿਖ ਸਕਦੇ ਹੋ। ਹੁਣ ਲਿਖਣ ਦੀ ਵੀ ਕਲਾ ਹੁੰਦੀ ਹੈ ਨਾ, ਦੇयर ਇਜ਼ ਐਨ ਆਰਟ ਟੂ ਰਾਈਟ। ਹੁਣ ਲਿਖਣਾ ਵੀ ਤੁਹਾਨੂੰ ਲਿਖ ਕੇ ਆਊਗਾ। ਪੜ੍ਹ ਸਮਝ ਕੇ ਤਾਂ ਤੁਹਾਨੂੰ ਪਤਾ ਚੱਲ ਜਾਏਗਾ ਗਿਆਨ ਕੀ ਹੈ, ਪਰ ਉਹਨੂੰ ਗਿਆਨ ਨੂੰ ਪ੍ਰਗਟ ਕਿੱਦਾਂ ਕਰਨਾ ਲਿਖ ਕੇ, ਗਿਆਨ ਨੂੰ ਐਗਜ਼ੀਕਿਊਟ ਕਿੱਦਾਂ ਕਰਨਾ, ਦਿਖਾਉਣਾ ਕਿੱਦਾਂ ਲਿਖ ਕੇ, ਤਾਂ ਤੁਸੀਂ ਲਿਖੋਗੇ। ਜਦੋਂ ਲਿਖੋਗੇ ਤੁਸੀਂ ਰਿਲੇਟ ਕਰਿਓ ਵੀ ਮੈਂ ਯਾਰ ਨਿਊਜ਼ਪੇਪਰ 'ਚ ਦੇਖਾਂ ਵੀ ਇਸੇ ਕੌਂਟੈਕਸਟ ਉੱਤੇ ਇਹੀ ਇਨਫੋਰਮੇਸ਼ਨ ਨੂੰ ਕਿੱਦਾਂ ਸਮਝਾਇਆ ਗਿਆ, ਤਾਂ ਉਹਦੇ ਨਾਲ ਆਪਣੇ ਆਪ ਨੂੰ ਰਿਲੇਟ ਕਰੋ ਵੀ ਮੈਂ ਕੀ ਲਿਖਿਆ। ਤੁਸੀਂ ਦੇਖੋਗੇ ਬਹੁਤ ਫ਼ਰਕ ਹੋਊਗਾ, ਕਿਉਂਕਿ ਮੈਂ ਲਿਖਦਾ ਸੀ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਸੀ ਉਸ ਟਾਈਮ 'ਤੇ। ਕਈ ਵਿੱਚੋਂ ਮੈਂ ਦੇਖਾਂ ਤਾਂ ਮੈਂ ਵਰਡਸ ਖਾ ਜਾਂਦਾ ਸੀ, ਆਪਣੇ ਕੁਛ ਨੋਰਮਲ ਵਰਡਸ ਲਿਖ ਦਿੰਦਾ ਸੀਗਾ, ਸੈਂਟੈਂਸ ਮੇਰੀ ਫਾਰਮੇਸ਼ਨ ਉੱਪਰ ਥੱਲੇ ਹੋ ਜਾਂਦੀ ਸੀ। ਫਿਰ ਜਿਹੜੀ ਇਨਫੋਰਮੇਸ਼ਨ ਹੁੰਦੀ ਸੀ ਕਈ ਵਾਰੀ ਮੈਂ ਅੱਧੀ ਅਧੂਰੀ ਰਹਿ ਜਾਂਦੀ ਸੀ ਮੇਰੀ, ਮੈਂ ਪੂਰੀ ਨਹੀਂ ਸੀ ਲਿਖ ਪਾਉਂਦਾ। ਤਾਂ ਮੈਂ ਰੀਅਲਾਈਜ਼ ਕਰਨਾ ਸ਼ੁਰੂ ਹੋ ਗਿਆ ਵੀ ਮੈਂ ਨਾ ਪੜ੍ਹਦਾ ਤਾਂ ਪੜ੍ਹ ਕੇ ਸਮਝਦਾ ਰਿਹਾ, ਪਰ ਮੈਂ
ਲਿਖ ਨਹੀਂ ਪਾ ਰਿਹਾ ਉਹਨੂੰ, ਥੋਟਸ ਨੂੰ ਕਨਸੈਂਟਰੇਟ ਕਰਕੇ ਲਿਖ ਨਹੀਂ ਪਾ ਰਿਹਾ, ਤਾਂ ਤੁਸੀਂ ਲਿਖਣਾ ਸ਼ੁਰੂ ਕਰੋ, ਬਾਰ-ਬਾਰ ਲਿਖੋ। ਜਦੋਂ ਤੁਸੀਂ ਬਾਰ-ਬਾਰ ਲਿਖੋਗੇ ਤੁਹਾਨੂੰ ਪਤਾ ਚੱਲੂਗਾ ਵੀ ਤੁਸੀਂ ਜੋ ਅਸਲੀ 'ਚ ਨਿਊਜ਼ਪੇਪਰ 'ਚ ਲਿਖਿਆ ਹੋਇਆ ਨਾ, you'll come closer to what's actually written in the newspaper, and then you're going to slowly learn how to write those sentence structures with that topic centric vocabulary and with the precise content that is actually written on। ਤਾਂ ਇਹਨੂੰ ਬਾਰ-ਬਾਰ ਲਿਖੋ, ਆਪਣੇ ਨੂੰ ਪੱਕਾ ਕਰੋ, ਠੀਕ ਹੈ ਨਾ। ਤਾਂ ਇਹ ਤੁਸੀਂ ਕਿਤੇ ਵੀ ਕਰ ਸਕਦੇ ਹੋ ਆਪਣੇ ਨੂੰ ਪੱਕਾ। ਤੁਸੀਂ ਮੈਗਜ਼ੀਨ ਪੜ੍ਹ ਰਹੇ ਹੋ, ਕਿਤੇ ਬੈਠੇ ਹੋ, ਲੈਟਸ ਸੇ ਤੁਸੀਂ ਕਦੇ ਆਪਣੀ ਗੱਡੀ ਦੀ ਸਰਵਿਸ ਕਰਾਉਣ ਗਏ ਹੋ, ਕਿਤੇ ਉੱਥੇ ਕੋਈ ਮੈਗਜ਼ੀਨ ਹੈਗੀ, ਸਟਾਰਟ ਰੀਡਿੰਗ ਦ ਮੈਗਜ਼ੀਨ, ਰਾਈਟ। ਮੈਗਜ਼ੀਨ ਨੂੰ ਪੜ੍ਹੋ। ਅਤੇ ਪੜ੍ਹਨਾ ਇੱਕ ਹੋਰ ਅਸੂਲ ਹੈ, ਦੇਖੋ ਪੜ੍ਹਨ ਦਾ ਅਸੂਲ ਇਹ ਹੈ ਵੀ ਮਨ 'ਚ ਨਹੀਂ ਪੜ੍ਹਨਾ ਕਦੀ, ਇਹ ਯਾਦ ਰੱਖਿਓ। ਪੜ੍ਹਨਾ ਹਮੇਸ਼ਾ ਆਵਾਜ਼ ਉੱਚੀ ਕਰਕੇ, ਹੈ ਨਾ, ਕਿਉਂਕਿ ਆਵਾਜ਼ ਉੱਚੀ ਕਰਨ ਨਾਲ ਦੇਖੋ ਦੋ ਕੰਮ ਹੁੰਦੇ ਨੇ। ਇੱਕ ਤਾਂ ਜਦੋਂ ਤੁਸੀਂ ਉੱਚਾ ਬੋਲ ਕੇ ਪੜ੍ਹਦੇ ਹੋ ਤੁਹਾਨੂੰ ਆਪਣੀ ਆਵਾਜ਼ ਸੁਣਦੀ ਹੈ, ਜਦੋਂ ਤੁਹਾਨੂੰ ਆਪਣੀ ਆਵਾਜ਼ ਸੁਣਦੀ ਹੈ ਤੁਸੀਂ ਕੌਨਫੀਡੈਂਟ ਫੀਲ ਕਰੋਗੇ, ਤੁਹਾਡੀ ਆਵਾਜ਼ ਤੁਹਾਡੇ ਦਿਮਾਗ 'ਚ ਜਾਏਗੀ, ਤਾਂ ਦਿਮਾਗ ਨੂੰ ਤੁਸੀਂ ਘੜ ਰਹੇ ਹੋ ਸਬਕੌਂਸ਼ੀਅਸ ਲੈਵਲ 'ਤੇ ਆਟੋਮੈਟਿਕਲੀ। ਤਾਂ ਇਹਦੇ ਨਾਲ ਹੀ ਤੁਹਾਨੂੰ ਪਤਾ ਚੱਲੇਗਾ, ਤੁਹਾਨੂੰ ਉਸ ਟਾਈਮ ਤਾਂ ਨਹੀਂ ਪਤਾ ਚੱਲੇਗਾ ਪਰ ਮੈਨੂੰ ਅੱਜ ਪਤਾ ਚੱਲਦਾ ਵੀ ਜਦੋਂ ਤੁਸੀਂ ਇਹਦਾ ਉੱਚੀ ਬੋਲ ਕੇ ਪੜ੍ਹੋਗੇ ਨਾ, ਤੁਹਾਡੇ ਦਿਮਾਗ ਦੇ ਵਿੱਚ ਕੋਈ ਵੀ ਚੀਜ਼ ਜੋ ਪੜ੍ਹਦੇ ਸਮਝਦੇ ਪਏ ਹੋ ਉਹਦੀ ਇੱਕ ਇਮੇਜ ਸੈੱਟ ਹੋ ਜਾਂਦੀ ਹੈ, ਸਬਕੌਂਸ਼ੀਅਸ ਲੈਵਲ 'ਤੇ ਇਮੇਜ ਤਿਆਰ ਹੋ ਜਾਂਦੀ ਹੈ। ਇੱਦਾਂ ਹੀ ਤਾਂ ਸਾਨੂੰ ਕਹਿੰਦੇ ਹੁੰਦੇ ਸੀਗੇ ਮਾਂ ਪਿਓ ਛੋਟਿਆਂ, ਤਾਂ ਕਹਿੰਦੇ ਸੀ ਵੀ ਉੱਚੀ ਉੱਚੀ ਬੋਲ ਤਾਂ ਹੀ ਆਊਗਾ, ਹੈ ਨਾ, ਪਾਠ ਉੱਚੀ ਕਰੋ, ਠੀਕ ਹੈ, ਕੋਈ ਚੀਜ਼ ਪੜ੍ਹਦੇ ਹੋ ਉਹਨੂੰ ਉੱਚੀ ਬੋਲੋ ਤਾਂ ਕਿ ਦਿਮਾਗ 'ਚ ਬੈਠੇ। ਦੂਸਰੀ ਗੱਲ ਇਹ ਹੈ ਵੀ ਜਿੰਨਾ ਤੁਸੀਂ ਕਹਿ ਲਓ ਵੀ ਚੀਜ਼ ਨੂੰ ਬੋਲੋਗੇ ਤੁਹਾਡੀ ਜ਼ੁਬਾਨ ਉਨੀ ਚੱਲੂਗੀ। ਹੁਣ ਜ਼ੁਬਾਨ ਦੀ ਆਦਤ ਨਹੀਂ ਹੈ, ਮੰਨ ਲਓ ਅਗਰ ਕੋਈ ਚੀਜ਼ ਨੂੰ ਬੋਲਣ ਦੀ, ਤਾਂ ਤੁਹਾਡੀ ਜ਼ੁਬਾਨ 'ਤੇ ਚੀਜ਼ ਆਏਗੀ ਨਹੀਂ, ਤੁਹਾਡੀ ਜ਼ੁਬਾਨ ਲੜਖੜਾਊਗੀ। ਤਾਂ ਤੁਸੀਂ ਜ਼ੁਬਾਨ ਨੂੰ ਲੜਖੜਾਉਣ ਨਹੀਂ ਦੇਣਾ, ਤੁਸੀਂ ਉਹਨੂੰ ਬੋਲਣਾ ਹੈ ਮੂੰਹ 'ਚ। ਜੇ ਹੁਣ ਤੁਸੀਂ ਮਨ 'ਚ ਪੜ੍ਹੀ ਜਾਓਗੇ, ਤੁਸੀਂ ਜ਼ੁਬਾਨ ਵਰਤੀ ਨਹੀਂ, ਤਾਂ ਤੁਹਾਨੂੰ ਕਦੀ ਜ਼ੁਬਾਨ ਵਰਤਣੀ ਨਹੀਂ ਆਏਗੀ। ਤਾਂ ਫਿਰ ਕੀ ਹੋਏਗਾ, ਮੌਕੇ ਸਿਰ ਜਦੋਂ ਬੋਲਣਾ ਹੁੰਦਾ ਤੁਹਾਡੇ ਤੋਂ ਬੋਲਿਆ ਵੀ ਨਹੀਂ ਜਾਏਗਾ। ਤਾਂ ਇਸ ਕਰਕੇ ਤੇ ਦੋ ਫਾਇਦੇ ਹੋ ਰਹੇ ਨੇ ਸਾਈਮਲਟੇਨੀਅਸਲੀ। ਸੋ ਅਖਬਾਰ ਨੂੰ ਉੱਚੀ ਬੋਲ ਕੇ ਪੜ੍ਹੋ, ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਸਤੇਮਾਲ ਕਰੋ। ਚੀਜ਼ਾਂ ਨੂੰ ਜੋ ਪੜ੍ਹ ਕੇ ਸਮਝਦੇ ਹੋ ਉਹਦੇ ਵਿੱਚੋਂ ਜੋ ਸਿੱਖਦੇ ਹੋ ਤੁਸੀਂ, ਜਦ ਤੱਕ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਚੀਜ਼ਾਂ ਨੂੰ ਪੜ੍ਹ ਕੇ ਨਹੀਂ ਸਮਝਦੇ, ਨਹੀਂ ਬੋਲ ਪਾਉਂਦੇ ਹੋ, ਨਹੀਂ ਲਿਖ ਪਾਉਂਦੇ ਹੋ, ਤੁਹਾਡੀ ਰਾਈਟਿੰਗ ਨਹੀਂ ਇੰਪਰੂਵ ਹੋ ਸਕਦੀ। ਰਾਈਟਿੰਗ ਇਜ਼ ਦੀ ਹਾਰਡੈਸਟ ਸਬਜੈਕਟ ਐਵਰ, ਠੀਕ ਹੈ। ਤੁਸੀਂ ਆਇਲਸ ਦੀ ਗੱਲ ਕਰ ਲਓ, ਤੁਸੀਂ ਟੋਫਲ ਦੀ ਗੱਲ ਕਰ ਲਓ, ਤੁਸੀਂ ਪੀਟੀ ਦੀ ਗੱਲ ਕਰ ਲਓ, ਤੁਸੀਂ ਸੈਲਪਿਪ ਦੀ ਗੱਲ ਕਰ ਲਓ। ਇਸੇ ਕਰਕੇ ਜ਼ਿਆਦਾਤਰ ਜਿਹੜੇ ਸਟੂਡੈਂਟਸ ਨੇ ਉਹ ਰਾਈਟਿੰਗ ਤੋਂ ਭੱਜਦੇ ਨੇ, ਡਰਦੇ ਨੇ, ਕਿਉਂਕਿ ਰਾਈਟਿੰਗ ਦੇ ਉੱਤੇ ਕਦੀ ਕੰਮ ਕੀਤਾ ਹੀ ਨਹੀਂ ਜਾਂਦਾ ਕਿਸੇ ਵੱਲੋਂ, ਨਾ ਸਕੂਲ 'ਚ ਕਦੀ ਕੀਤਾ ਗਿਆ, ਨਾ ਅਸੀਂ ਕਦੀ ਕਾਲਜ ਯੂਨੀ ਦੇ ਵਿੱਚ ਕਦੀ ਕੀਤਾ, ਨਾ ਸਾਨੂੰ ਕਦੀ ਬਾਹਰ ਇੰਸਟੀਟਿਊਟ 'ਚ ਕਰਵਾਇਆ ਜਾ ਸਕਦਾ। ਤੁਸੀਂ ਭੁੱਲ ਜਾਓ, ਕਦੀ ਨਹੀਂ ਉਹ ਕਰਵਾ ਸਕਦੇ ਜਦ ਤੱਕ ਤੁਸੀਂ ਆਪ ਨਹੀਂ ਕੰਮ ਕੀਤਾ। ਜਿੰਨਾ ਤੁਸੀਂ ਆਪ ਪੜ੍ਹ ਕੇ ਲਿਖ ਸਕਦੇ ਹੋ ਉਹਨਾਂ ਬਾਹਰ ਇੰਸਟੀਟਿਊਟ 'ਚ ਨਹੀਂ ਕਰ ਸਕਦੇ ਹੋ, ਇਸ ਚੀਜ਼ ਨੂੰ ਯਾਦ ਰੱਖਿਓ। ਤਾਂ ਜੋ ਮੈਂ ਤੁਹਾਨੂੰ ਦੱਸਣ ਜਾ ਰਿਹਾ ਸੀ ਵੀ ਇਸ ਵੀਡੀਓ ਦੇ ਵਿੱਚ ਵੀ ਮੈਂ ਇੰਗਲਿਸ਼ ਰਾਈਟਿੰਗ ਨੂੰ ਕਿੱਦਾਂ ਇੰਪਰੂਵ ਕੀਤਾ। ਮੈਂ ਇੰਗਲਿਸ਼ ਰਾਈਟਿੰਗ ਨੂੰ ਇੱਦਾਂ ਇੰਪਰੂਵ ਕੀਤਾ ਕਿਉਂਕਿ ਮੈਂ ਬਹੁਤ ਕੁਝ ਪੜ੍ਹਿਆ ਅਤੇ ਬਹੁਤ ਕੁਝ ਲਿਖਿਆ ਵਾ। ਤਾਂ ਤੁਸੀਂ ਦੇਖੋ ਮੈਂ 9 ਬੈਂਡ ਸਕੋਰਰ ਹਾਂ ਇਨ ਆਇਲਸ, ਇਨ PTE, ਮੈਂ ਕੰਟੈਂਟ ਕ੍ਰੀਏਟਰ ਹਾਂ, ਰਾਈਟ ਕੰਟੈਂਟ, ਮੈਂ ਮੂਵੀਜ਼ ਦੀ ਸਕ੍ਰਿਪਟ ਰਾਈਟਿੰਗ ਕਰਦਾ ਵਾਂ, ਉਹਨੂੰ ਟਰਾਂਸਲੇਟ ਕਰਦਾ ਵਾਂ ਇੰਗਲਿਸ਼ ਵਿੱਚ। ਜੇ ਕੋਈ ਪੰਜਾਬੀ ਦੇ ਵਿੱਚ ਮੂਵੀ ਹੈ ਉਹਨੂੰ ਮੈਂ ਟਰਾਂਸਲੇਟ ਕੀਤਾ, ਜਿਵੇਂ ਪ੍ਰਾਊਡ ਟੂ ਬੀ ਸਿੱਖ ਮੂਵੀ ਹੈ, ਪ੍ਰਾਊਡ ਟੂ ਬੀ ਸਿੱਖ ਪਾਰਟ 2 ਪਾਰਟ 3, ਹੈ ਨਾ। ਇਹਨਾਂ ਦੀ ਜਿਹੜੀ ਸਕ੍ਰਿਪਟ ਰਾਈਟਿੰਗ ਨੂੰ ਟਰਾਂਸਲੇਟ ਕਰਨਾ ਸੀ ਇੰਗਲਿਸ਼ ਦੇ ਵਿੱਚ, ਜਿਹੜੇ ਤੁਸੀਂ ਸਬ ਟਾਈਟਲਸ ਪੜ੍ਹਦੇ ਹੋ, ਠੀਕ ਹੈ, ਉਹ ਮੇਰੇ ਕੋਲ ਹੋ ਕੇ ਗਈ ਹੈ। ਤਾਂ ਮੈਂ ਉਹਨੂੰ ਕੰਮ ਕੀਤਾ। ਤਾਂ ਇੱਦਾਂ ਹੀ ਕਥਾ ਵੀ ਹੈ, ਜਿਹੜੀ ਗੁਰਬਾਣੀ ਦੀ ਕਥਾ ਹੈ ਉਹਨੂੰ ਪੰਜਾਬੀ ਦੇ ਵਿੱਚ, ਉਹਨੂੰ ਇੰਗਲਿਸ਼ 'ਚ ਕਿੱਦਾਂ ਟਰਾਂਸਲੇਟ ਕਰਨਾ ਹੈ ਤਾਂ ਕਿ ਬਾਹਰ ਮੁਲਕਾਂ 'ਚ ਬੈਠੇ ਸਾਡੇ ਭੈਣ ਭਰਾ, ਵੀਰ ਭੈਣ ਸਾਰੇ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ, ਉਹਨਾਂ ਨੂੰ ਆਪਾਂ ਦੱਸ ਸਕੀਏ ਵੀ ਗੁਰੂ ਸਾਹਿਬ ਨੇ ਕੀ ਇਤਿਹਾਸ ਦੱਸਿਆ ਸਾਨੂੰ, ਉਹਨਾਂ ਨੂੰ ਸਿੱਖੀ ਦੱਸ ਸਕੀਏ, ਭਾਵੇਂ ਇੰਗਲਿਸ਼ 'ਚ ਦੱਸੀਏ ਤਾਂ ਅਸੀਂ ਪੜ੍ਹ ਤਾਂ ਲੈਣ। ਕਿਉਂਕਿ ਜਦੋਂ ਉਹ ਪੜ੍ਹ ਲੈਣਗੇ ਤਾਂ ਆਟੋਮੈਟਿਕਲੀ ਉਹਨਾਂ ਦੇ ਮਨਾਂ ਦੇ ਵਿੱਚ ਪਿਆਰ ਪੈਦਾ ਹੋ ਜਾਊਗਾ, ਅਤੇ ਜਦੋਂ ਪਿਆਰ ਪੈਦਾ ਹੋ ਗਿਆ ਤਾਂ ਉਹਨਾਂ ਨੇ ਗੁਰਬਾਣੀ ਵੀ ਆਪੇ ਪੜ੍ਹਨੀ ਸਿੱਖ ਲੈਣੀ ਹੈ, ਗੁਰਮੁਖੀ ਵੀ ਆਪੇ ਪੜ੍ਹਨੀ ਸਿੱਖ ਲੈਣੀ ਹੈਗੀ ਹੈ ਨਾ। ਸੋ ਤੁਸੀਂ ਦੇਖੋ ਵੀ ਇੰਗਲਿਸ਼ ਦੀ ਜਿਹੜੀ ਰਾਈਟਿੰਗ ਹੈ ਨਾ ਉਹ ਤੁਹਾਨੂੰ ਬਹੁਤ ਹੈਲਪ ਆਊਟ ਕਰੂਗੀ। ਤਾਂ ਤੁਸੀਂ ਬਿਨਾਂ ਪੜ੍ਹੇ ਇੰਗਲਿਸ਼ ਨੂੰ ਕਦੀ ਲਿਖਣਾ ਨਹੀਂ ਜਾਣ ਸਕਦੇ, ਤਾਂ ਤੁਸੀਂ ਲਿਖਣਾ ਸਿੱਖੋ। ਅਸੀਂ ਕੰਟੈਂਟ ਕ੍ਰੀਏਟ ਕਰਦੇ ਹਾਂ, ਅਸੀਂ ਕੰਟੈਂਟ ਲਿਖਦੇ ਹਾਂ, ਮੈਂ ਖੁਦ ਕੰਟੈਂਟ ਕ੍ਰੀਏਟਰ ਹਾਂ, ਮੈਂ ਪ੍ਰੋਫੈਸ਼ਨਲ ਟਰਾਂਸਲੇਟਰ ਹਾਂ, ਟਰਾਂਸਕ੍ਰਿਪਟਰ ਵੀ ਹਾਂ। ਸੋ ਜਿਵੇਂ ਤੁਹਾਨੂੰ ਦੱਸਿਆ SOP ਰਾਈਟਿੰਗਸ ਵੀ ਕਰਨੀਆਂ ਨੇ, ਹੋਰ ਬੜੇ ਵੱਖਰੇ ਲੈਵਲ ਦੀ ਰਾਈਟਿੰਗਸ ਹੁੰਦੀਆਂ ਨੇ, ਠੀਕ ਹੈ। ਤਾਂ ਤੁਸੀਂ ਬਾਰ-ਬਾਰ ਚੀਜ਼ ਨੂੰ ਪੜ੍ਹੋ, ਜਿੰਨਾ ਪੜ੍ਹੋਗੇ, ਜਿੰਨਾ ਵਿਚਾਰੋਗੇ ਅਤੇ ਜਿੰਨਾ ਉਹਨੂੰ ਉਹਦੇ 'ਤੇ ਪ੍ਰੈਕਟਿਸ ਕਰੋਗੇ, ਠੀਕ ਹੈ। ਆਪਣੀ ਜ਼ਿੰਦਗੀ ਨੂੰ ਮਿਲਾ ਕੇ, ਆਪਣੀ ਜ਼ਿੰਦਗੀ ਦਾ ਪਾਸਟ, ਪ੍ਰੈਜੈਂਟ, ਫਿਊਚਰ, ਕੋਈ ਗੱਲ ਹੁੰਦੀ ਇਸ ਦਿਨ ਦੀ, ਤੁਸੀਂ ਉਹਨੂੰ ਲਿਖਣ ਦੀ ਕੋਸ਼ਿਸ਼ ਕਰੋ। ਡਾਇਰੀ ਆਪਣੀ ਰੋਜ਼ ਦੀ ਬਣਾ ਲਓ, ਰੋਜ਼ ਜੋ ਮਨ 'ਚ ਖਿਆਲ ਆਉਂਦੇ ਨੇ, ਜੋ ਕਿਸੇ ਨੂੰ ਕਹਿਣਾ ਚਾਹੁੰਦੇ ਹੋ, ਜੋ ਕਿਸੇ ਨੂੰ ਕਹਿ ਚੁੱਕੇ ਹੋ, ਜੋ ਕਿਸੇ ਨੂੰ ਕੱਲ੍ਹ ਕਹੋਗੇ,
ਸਾਰਾ ਕੁਝ ਲਿਖਣ ਦੀ ਕੋਸ਼ਿਸ਼ ਕਰੋ। ਤੁਸੀਂ ਬਾਅਦ ਚ ਰਿਅਲਾਈਜ਼ ਕਰੋਗੇ ਵੀ ਜੋ ਤੁਸੀਂ ਲਿਖੀ ਜਾਂਦੇ ਹੋ ਨਾ, ਇਹਦੇ ਨਾਲ ਤੁਹਾਡਾ ਦਿਮਾਗ ਘੜੀ ਜਾਂਦਾ। ਤੁਹਾਡੀ ਰਾਈਟਿੰਗ ਦੀ ਬਹੁਤ ਪ੍ਰੈਕਟਿਸ ਹੁੰਦੀ ਪਈ ਹੈ, ਤੁਸੀਂ ਫਾਸਟ ਹੋ ਜਾਓਗੇ, ਤੁਸੀਂ ਕੁਇੱਕ ਹੋ ਜਾਓਗੇ। ਇਸੇ ਕਰਕੇ ਕਈ ਸਟੂਡੈਂਟ ਸਾਨੂੰ ਪੁੱਛਦੇ ਨੇ ਵੀ ਜਦੋਂ ਮੈਂ ਲਿਖਣ ਲੱਗਦਾ ਤਾਂ ਮੈਨੂੰ ਖਿਆਲ ਨਹੀਂ ਆਉਂਦਾ। ਉਹ ਖਿਆਲ ਕਿਉਂ ਨਹੀਂ ਆਉਂਦਾ? ਕਿਉਂਕਿ ਤੁਸੀਂ ਕਦੀ ਦਿਮਾਗ ਤੇ ਜ਼ੋਰ ਹੀ ਨਹੀਂ ਪਾਇਆ ਲਿਖਣ ਲੱਗਿਆ। ਗੱਲ ਸਮਝੇ? ਤੁਸੀਂ ਦਿਮਾਗ ਤੇ ਜ਼ੋਰ ਪਾਓਗੇ ਨਾ ਤਾਂ ਤੁਹਾਡਾ ਦਿਮਾਗ ਫਟਾਫਟ ਫਿਰ ਲਿਖੂਗਾ, ਆਦਤ ਬਣ ਜਾਊਗੀ। ਹੁਣ ਮੈਂ ਕੋਈ ਚੀਜ਼ ਲਿਖਣੀ ਹੁੰਦੀ ਤਾਂ ਮੈਂ ਫਟਾਫਟ ਝੱਟ ਲਿਖ ਲੂੰਗਾ, ਮੈਨੂੰ ਸੋਚਣ ਦੀ ਜ਼ਿਆਦਾ ਲੋੜ ਨਹੀਂ ਹੈ। ਕਿਉਂ? ਕਿਉਂਕਿ ਮੈਂ ਇੰਨਾ ਕੁਝ ਲਿਖ ਚੁੱਕਾ, ਇੰਨਾ ਦਿਮਾਗ ਤੇ ਜ਼ੋਰ ਪਾ ਚੁੱਕਾ। ਤਾਂ ਤੁਸੀਂ ਕੰਫਰਟੇਬਲ ਹੋ ਜਾਓਗੇ, ਕੁਇੱਕ ਹੋ ਜਾਓਗੇ, ਈਜ਼ੀ ਹੋ ਜਾਓਗੇ, ਐਂਡ ਫਿਰ ਤੁਸੀਂ ਕ੍ਰੀਏਟਿਵ ਹੋ ਸਕਦੇ ਹੋ। ਫਿਰ ਤੁਸੀਂ ਸਵਾਲ ਆਪਣੇ ਨੂੰ ਪੁੱਛੋਗੇ ਵੀ ਯਾਰ ਆਪਣੀ ਰਾਈਟਿੰਗ ਨੂੰ ਮੈਂ ਹੋਰ ਕਿਵੇਂ ਸਵਾਰਾਂ। ਠੀਕ ਹੈ? ਪਰ ਇਹ ਹੁੰਦੀ ਹੈ ਐਡਵਾਂਸ ਲੈਵਲ ਦੀ ਰਾਈਟਿੰਗ ਸਕਿੱਲਸ, ਜਿਹਦੇ ਉੱਤੇ ਆਪਾਂ ਬਾਅਦ 'ਚ ਕੰਮ ਕਰ ਸਕਦੇ ਹਾਂ। ਪਹਿਲਾਂ ਤੁਸੀਂ ਮੋਟਾ ਵਾਲੀ ਚੀਜ਼ ਨੂੰ ਲਿਖਣਾ ਸ਼ੁਰੂ ਕਰੋ, ਐਂਡ ਤੁਸੀਂ ਜਿੰਨਾ ਜ਼ਿਆਦਾ ਲਿਖੋਗੇ ਉਨਾ ਜ਼ਿਆਦਾ ਸਿੱਖੋਗੇ। ਅੱਜ ਤਾਂ ਬਹੁਤ ਤਰੀਕੇ ਨੇ। ਤੁਸੀਂ ਅੱਜ ਇੰਸਟਾਗ੍ਰਾਮ 'ਤੇ ਕੋਈ ਵੀ ਪੋਸਟ ਪਾਉਂਦੇ ਹੋ, YouTube 'ਤੇ ਕੋਈ ਚੀਜ਼ ਦੇਖਦੇ ਹੋ, ਕਦੇ ਵੀ ਤੁਸੀਂ ਫੇਸਬੁੱਕ 'ਤੇ ਕੋਈ ਚੀਜ਼ ਲਿਖ ਰਹੇ ਹੋ, ਕਿਸੇ ਨੂੰ ਕਮੈਂਟ ਕਰ ਰਹੇ ਹੋ, ਤਾਂ ਇੰਗਲਿਸ਼ 'ਚ ਰਾਈਟ ਕਰਨ ਦੀ ਕੋਸ਼ਿਸ਼ ਕਰੋ। ਦੇਖੋ ਅਗਲੇ ਬੰਦੇ ਨੂੰ ਤਾਂ ਖੁਸ਼ੀ ਹੋਊਗੀ ਵੀ ਹਾਂਜੀ ਤੁਸੀਂ ਉਹਨੂੰ ਕੰਪਲੀਮੈਂਟ ਦਿੱਤਾ, ਪਰ ਤੁਸੀਂ ਉਹਨੂੰ ਕੰਪਲੀਮੈਂਟ ਦੇਣ ਦੇ ਪੁਆਇੰਟ ਆਫ ਵਿਊ ਤੋਂ ਨਾ ਲਿਖੋ। ਤੁਹਾਡਾ ਵਿਊ ਪੁਆਇੰਟ ਕੀ ਹੈ ਵੀ ਮੈਂ ਤਾਂ ਇੰਗਲਿਸ਼ ਨੂੰ ਸਿੱਖਣਾ ਲਿਖਣਾ, ਤਾਂ ਤੁਸੀਂ ਲਿਖਣ ਦੀ ਕੋਸ਼ਿਸ਼ ਕਰੋ। ਇੱਦਾਂ ਤੁਸੀਂ ਕੀ ਆਪਣੀ ਰਾਈਟਿੰਗ ਸਕਿੱਲਸ ਨੂੰ ਇੰਪਰੂਵ ਕਰੋਗੇ। ਉਹਦਾ ਵੀ ਫਾਇਦਾ ਹੋ ਗਿਆ, ਦੂਜਾ ਵੀ ਖੁਸ਼ ਬੰਦਾ ਹੋ ਗਿਆ, ਤਾਂ ਤੁਹਾਡਾ ਫਾਇਦਾ ਤਾਂ ਹੋ ਹੀ ਰਿਹਾ ਆ। ਤਾਂ ਮੇਕ ਸ਼ੋਰ ਇੱਦਾਂ ਤੁਸੀਂ ਆਪਣੀ ਇੰਗਲਿਸ਼ ਰਾਈਟਿੰਗ ਨੂੰ ਇੰਪਰੂਵ ਕਰ ਸਕਦੇ ਹੋ। ਐਂਡ ਅਗਰ ਤੁਹਾਨੂੰ ਇਹ ਵੀਡੀਓ ਹੈਲਪ ਆਊਟ ਕੀਤੀ ਤਾਂ ਜ਼ਰੂਰ ਇਹਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇੱਦਾਂ ਦੀ ਹੋਰ ਇਨਫੋਰਮੇਸ਼ਨਲ ਵੀਡੀਓਜ਼ ਵਾਸਤੇ। ਅਤੇ ਬਾਕੀਆਂ ਨਾਲ ਜਿਨ੍ਹਾਂ ਨਾਲ ਵੀ ਤੁਹਾਨੂੰ ਲੱਗਦਾ ਹੈ ਵੀ ਇਹ ਵੀਡੀਓ ਹੈਲਪ ਕਰ ਸਕਦੀ, ਉਹਨਾਂ ਨਾਲ ਸ਼ੇਅਰ ਵੀ ਕਰੋ। ਅਤੇ ਅਗਰ ਕੋਈ ਇਨਸਾਨ ਜੋ ਇਸ ਸਥਿਤੀ 'ਤੇ ਖੜ੍ਹਾ ਵੀ ਮੈਂ ਇੰਗਲਿਸ਼ ਰਾਈਟਿੰਗ ਸਕਿੱਲਸ ਨੂੰ ਕਿਵੇਂ ਇੰਪਰੂਵ ਕਰਾਂ, ਤਾਂ ਅਗਰ ਉਹ ਮੈਨੂੰ ਕੋਈ ਸਵਾਲ ਪੁੱਛਣਾ ਚਾਹੁੰਦਾ ਹੈ ਤਾਂ ਇਸ ਵੀਡੀਓ ਦੇ ਕਮੈਂਟ ਬਾਕਸ 'ਚ ਮੈਨੂੰ ਪੁੱਛ ਸਕਦਾ ਹੈ। ਅਗਰ ਤੁਸੀਂ ਕੋਈ ਹੋਰ ਮੈਨੂੰ ਚਾਹੁੰਦੇ ਹੋ ਵੀ ਟੌਪਿਕ 'ਤੇ ਮੈਂ ਗੱਲ ਕਰਾਂ ਇੰਗਲਿਸ਼ ਦੇ ਰਿਲੇਟਡ, ਤਾਂ ਮੈਨੂੰ ਤੁਸੀਂ ਦੱਸੋ, ਮੈਂ ਉਸ 'ਤੇ ਵੀਡੀਓ ਬਣਾ ਕੇ ਤੁਹਾਡੇ ਨਾਲ ਰੂਬਰੂ ਕਰ ਸਕਦਾ। ਐਂਡ ਅਗਰ ਕੋਈ ਇਨਸਾਨ ਜਿਹੜਾ ਕਿ ਇੰਗਲਿਸ਼ ਸਿੱਖ ਰਿਹਾ ਜਾਂ ਬਹੁਤ ਵਧੀਆ ਲੈਵਲ 'ਤੇ ਪਹੁੰਚ ਗਿਆ ਆ ਅਤੇ ਉਹ ਮੇਰੀ ਗੱਲ ਨਾਲ ਰਿਲੇਟ ਕਰ ਰਿਹਾ, ਤਾਂ ਜ਼ਰੂਰ ਆਪਣਾ ਸੁਝਾਅ, ਆਪਣਾ ਓਪੀਨੀਅਨ ਇਸ ਕਮੈਂਟ ਬਾਕਸ ਦੇ ਵਿੱਚ ਦੱਸਣਾ ਚੈਨਲ ਦੇ ਨਾਲ, ਤਾਂ ਕਿ ਤੁਸੀਂ ਸਾਰਿਆਂ ਨੂੰ ਦੱਸ ਸਕੋ ਵੀ ਜੋ ਮੈਂ ਗੱਲ ਦੱਸ ਰਿਹਾ ਵੀ ਉਹਦੇ 'ਚ ਵਜ਼ਨ ਹੈ ਕਿ ਨਹੀਂ ਹੈ, ਮੈਂ ਸਹੀ ਕਹਿ ਰਿਹਾ ਕਿ ਨਹੀਂ ਕਹਿ ਰਿਹਾ। ਤੁਹਾਡਾ ਜਿਹੜਾ ਕਮੈਂਟ ਹੋਏਗਾ ਆਈ ਵਿਲ ਬੀ ਰੀਅਲੀ ਗ੍ਰੇਟਫੁਲ ਫॉर दैट, ਹੈ ਨਾ। ਆਈ ਵਿਲ ਬੀ ਵੇਟਿੰਗ ਫॉर ਸੱਚ ਕਮੈਂਟਸ ਐਜ਼ ਵੈਲ। ਅਤੇ subscribe the channel, like the video, share it with your friends, and see you in the next video. Until then, bye.